ਹੈਲੋ ਐਵਰੀਵਨ, ਵੈਲਕਮ ਟੂ CBC ਅਕੈਡਮੀ ਅਬੋਰ। ਮੈਂ ਹਾਂ ਅਰੁਣ ਤਨੇਜਾ ਅਤੇ ਆਪਾਂ ਕੰਟੀਨਿਊ ਕਰਾਂਗੇ ਟੋਪ 500 ਕੁਐਸਚਨ ਆਫ ਹਿਸਟਰੀ ਜਿਹੜੇ ਕਿ ਵੱਖ-ਵੱਖ ਜਿਹੜੇ ਆਪਣੇ ਐਗਜ਼ਾਮ ਹੋਏ ਆ ਉਹਨਾਂ ਤੋਂ ਚੱਕੇ ਹੋਏ ਆ, ਜਿਵੇਂ ਕਿ UP PCS, ਬਿਹਾਰ PCS, MP PCS ਜਾਂ ਜਿਹੜੇ ਹੋਰ ਆਪਣੇ SSC ਦੇ ਜੋ ਬੈਸਟ ਕੁਐਸਚਨ ਹੈਗੇ ਉਹਨਾਂ ਤੋਂ ਚੱਕੇ ਹੋਏ ਆ। ਤਾਂ ਐਕਸਪੈਕਟ ਕਰ ਸਕਦੇ ਆ ਇਹਨਾਂ ਕੁਐਸਚਨ 'ਚ ਹੀ ਤੁਹਾਡਾ ਐਗਜ਼ਾਮ ਆ ਸਕਦਾ। ਸੋ ਅਗਰ ਤੁਸੀਂ ਸਾਡੇ ਬੇਸਿਕ ਦੇ ਜਮਾਂ ਬੇਸਿਕ ਤੋਂ ਕਰਨਾ ਚਾਹੁੰਦੇ ਹੋ, ਹਿਸਟਰੀ, ਪੋਲਿਟੀ, ਜੋਗਰਾਫੀ, ਤਾਂ ਸਾਡੀ ਜਿਹੜੀ ਐਪ ਹੈਗੀ ਹੈ CPC ਐਗਜ਼ਾਮ ਗੁਰੂ ਐਪ ਹੈਗੀ, ਉਹਨੂੰ ਡਾਊਨਲੋਡ ਕਰ ਸਕਦੇ ਹੋ। ਉੱਥੇ ਵੱਖ-ਵੱਖ ਕੋਰਸਿਸ ਨੂੰ ਜੁਆਇਨ ਕਰ ਸਕਦੇ ਹੋ। ਡਿਵਰਸ ਬੈਨੀਫਿਟਸ ਹੈਗੇ ਆ, ਜਿਵੇਂ ਕਿ ਤੁਹਾਨੂੰ ਉੱਥੋਂ ਦੇ ਕਰੰਟ ਅਫੇਅਰ ਮਿਲ ਜਾਣਗੇ, ਤੁਹਾਨੂੰ ਪ੍ਰੀਵੀਅਸ ਈਅਰ ਕੁਐਸਚਨ ਮਿਲ ਜਾਣਗੇ, ਜਾਂ ਰੈਗੂਲਰ ਜੋਬ ਅਪਡੇਟਸ ਤੁਹਾਨੂੰ ਵੇਖਣ ਨੂੰ ਮਿਲ ਸਕਦੇ ਆ CBC ਐਗਜ਼ਾਮ ਗੁਰੂ ਐਪ 'ਤੇ। ਸੋ ਡਿਵਰਸ ਬੈਨੀਫਿਟਸ ਹੈਗੇ ਆ। ਹਾਂਜੀ, ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਇੰਸਟਾਗ੍ਰਾਮ 'ਤੇ ARNTANEJ07 'ਤੇ। ਆਪਣੇ ਜਿੰਨੇ ਵੀ ਡਾਊਟਸ ਹੈਗੇ ਆ ਜਾਂ ਕਿਸੇ ਤਰ੍ਹਾਂ ਦੀ ਕਿਊਰੀਜ਼ ਹੈਗੀਆਂ ਤੁਸੀਂ ਮੈਨੂੰ ਪੁੱਛ ਸਕਦੇ ਹੋ। ਬਹੁਤ ਸਾਰੇ ਬੱਚਿਆਂ ਦੇ ਮੈਸੇਜ ਆਉਂਦੇ ਆ, ਆਲਮੋਸਟ ਸਾਰਿਆਂ ਦੇ ਮੈਂ ਰਿਪਲਾਈ ਕਰਦਾ। ਤੁਸੀਂ ਵੀ ਮੈਸੇਜ ਕਰ ਸਕਦੇ ਹੋ ਅਤੇ ਜੋ ਵੀ ਤੁਹਾਨੂੰ ਡਾਊਟਸ ਹੈਗੇ ਆ ਸਾਰਿਆਂ ਦੇ ਜਿਵੇਂ ਕਲੀਅਰ ਕਰਦੇ ਆ ਤੁਹਾਡੇ ਵੀ ਕੀਤੇ ਜਾਣਗੇ। ਸੋ ਆਪਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ। ਜਿਵੇਂ ਕਿ ਆਪਾਂ ਕੱਲ੍ਹ ਜਦੋਂ ਲਾਸਟ ਕੁਐਸਚਨ ਕੀਤਾ ਸੀਗਾ, ਆਪਾਂ ਰਿਵੋਲਟ 1857 ਬਾਰੇ ਪੜ੍ਹ ਰਹੇ ਸੀਗੇ ਵੀ 1857 ਦੇ ਰਿਵੋਲਟ ਦੇ ਕਾਰਨ ਕੀ ਸੀਗੇ। ਸਭ ਤੋਂ ਪਹਿਲਾਂ ਇਹੀ ਪੜ੍ਹਿਆ ਸੀਗਾ ਆਪਾਂ। ਤਾਂ ਕੱਲ੍ਹ ਵਾਲਾ ਲੈਕਚਰ ਜਿਹਨੇ ਨਹੀਂ ਵੇਖਿਆ ਜਾ ਕੇ ਜ਼ਰੂਰ ਵੇਖੋ। ਸੋ ਐਕਸਟ੍ਰੀਮਲੀ ਇੰਪੋਰਟੈਂਟ ਲੈਕਚਰ ਹੈਗਾ। 1857 ਦਾ ਰਿਵੋਲਟ ਕਿਉਂ ਹੋਇਆ ਸੀਗਾ? ਇਹਦੇ ਬੇਸਿਕ ਕਾਰਨ ਸੀਗੇ ਜਿਹੜੀਆਂ ਐਕਸਪੈਂਸ਼ਨਿਸਟ ਪੋਲਿਸੀ ਸੀਗੀਆਂ ਲਾਰਡ ਡਲਹੌਜ਼ੀ ਦੀਆਂ, ਉਹ ਕਾਰਨ ਸੀਗੇ। ਜਿਹੜੇ ਰਿਲੀਜਨ ਦੇ ਵਿੱਚ ਬ੍ਰਿਟਿਸ਼ਨ ਜਿਹੜੇ ਸੀਗੇ ਉਹ ਇੰਟਰਫੇਅਰ ਕਰ ਰਹੇ ਸੀ, ਇਹ ਵਾਲੇ ਕਾਰਨ ਸੀਗੇ। ਠੀਕ ਹੈ ਜੀ। ਵਾਰ-ਵਾਰ ਸਟੇਟਾਂ ਨੂੰ ਅਨੈਕਸ ਕੀਤਾ ਜਾ ਰਿਹਾ ਸੀਗਾ, ਉਹਨਾਂ ਨੂੰ ਦੱਬਿਆ ਜਾ ਰਿਹਾ ਸੀਗਾ। ਜਿਵੇਂ ਕਿ ਝਾਂਸੀ ਨੂੰ ਦੱਬਣਾ, 17 ਨੂੰ ਸੰਬਲਪੁਰ ਨੂੰ, ਜਾਂ ਕਹਿ ਸਕਦੇ ਅਵਧ ਦੀ ਅਨੈਕਸੇਸ਼ਨ। ਠੀਕ ਹੈ ਜੀ। 1857 ਦੇ ਜਿਹੜੇ ਰਿਵੋਲਟ ਦਾ ਇਮੀਡੀਏਟ ਕੋਜ਼ ਕੀ ਸੀਗਾ? ਆਪਾਂ ਕੱਲ੍ਹ ਕੁਐਸਚਨ ਵੀ ਪੜ੍ਹਿਆ ਸੀ। ਇਮੀਡੀਏਟ ਕੋਜ਼ ਸੀਗਾ ਵੀ ਬ੍ਰਿਟਿਸ਼ਰਸ ਦਾ ਇੰਡੀਅਨ ਦੇ ਰਿਲੀਜਨ ਦੇ ਵਿੱਚ ਇੰਟਰਫੇਰੈਂਸ ਹੋਣਾ। ਉਸ ਚੀਜ਼ ਨੂੰ ਕਿਹਾ ਜਾਂਦਾ। ਉਸ ਕਰਕੇ ਹੀ ਮੇਜਰ ਰਿਵੋਲਟ ਖੜਾ ਹੋਇਆ ਸੀਗਾ। ਇਹ ਸਟਾਰਟ ਕਿੱਥੋਂ ਹੋਇਆ ਸੀ ਆਪਣਾ 1857 ਦਾ ਰਿਵੋਲਟ? ਇਹ ਮੇਰਠ ਤੋਂ ਸਟਾਰਟ ਹੋਇਆ ਸੀ ਆਪਣਾ 1857 ਦਾ ਰਿਵੋਲਟ। ਸੋ ਆਪਾਂ ਨੂੰ ਕੱਲ੍ਹ ਨੂੰ ਪੁੱਛ ਲਿਆ ਜਾਵੇ ਇਹ ਪੈਨ ਇੰਡੀਆ ਰਿਵੋਲਟ ਸੀ ਜਾਂ ਕੁਝ ਸਰਟਨ ਏਰੀਆਜ਼ ਤੱਕ ਲਿਮਿਟਿਡ ਸੀਗਾ। ਪੈਨ ਇੰਡੀਆ ਕੀ ਹੁੰਦਾ? ਆਲ ਓਵਰ ਇੰਡੀਆ ਦੇ ਵਿੱਚ ਰਿਵੋਲਟ ਦਾ ਹੋਣਾ। ਪਰ ਐਦਾਂ ਨਹੀਂ ਸੀਗਾ। ਇਹ ਜਿਹੜਾ ਰਿਵੋਲਟ ਹੈਗਾ 1857 ਦਾ ਰਿਵੋਲਟ ਹੈਗਾ, ਪੈਨ ਇੰਡੀਆ ਨਹੀਂ ਸੀਗਾ, ਕੁਝ ਸਰਟਨ ਏਰੀਆਜ਼ ਦੇ ਵਿੱਚ ਫੈਲਿਆ ਹੋਇਆ ਸੀਗਾ। ਠੀਕ ਹੈ। ਜਿਵੇਂ ਰਾਜਪੂਤਾਨਾ ਸਟੇਟ ਦੇ ਵਿੱਚ ਹੈ ਨਹੀਂ ਸੀਗਾ। ਜਿਹੜੇ ਇੰਟਲੈਕਚੁਅਲਸ ਹੈਗੇ ਆ, ਪੜ੍ਹੇ ਲਿਖੇ ਲੋਕ ਹੈਗੇ ਆ, ਉਹ ਰਿਵੋਲਟ ਤੋਂ ਪਰਾਂ ਸੀਗੇ। ਸੋ ਬਹੁਤ ਇੰਪੋਰਟੈਂਟ ਹੈਗੀਆਂ ਇਹ ਗੱਲਾਂ। ਇਹ ਵਾਲਾ ਆਪਾਂ ਨੂੰ ਕੁਐਸਚਨ ਪੁੱਛਿਆ ਹੋਇਆ ਹੈਗਾ ਐਗਜ਼ਾਮ ਦੇ ਵਿੱਚ ਵੀ ਇੰਟਲੈਕਚੁਅਲ ਜਾਂ ਪੜ੍ਹੇ ਲਿਖੇ ਲੋਕ ਇਸ ਵੋਰ ਦਾ ਪਾਰਟ ਹੈਗੇ ਸੀ ਜਾਂ ਨਹੀਂ ਹੈਗੇ ਸੀਗੇ। ਤਾਂ ਨਿਊਟਰਲ ਸੀਗੇ, ਨਾ ਪਾਰਟ ਸੀ, ਨਾ ਇਸ ਚੀਜ਼ ਦਾ ਵਿਰੋਧ ਕਰ ਰਹੇ ਸੀਗੇ। ਸੋ ਇਹ UPSC ਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈਗਾ। ਇਹਨੂੰ ਤੁਸੀਂ ਲਿਖ ਸਕਦੇ ਹੋ। ਜੇ ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ ਵੀ ਜਦੋਂ ਵੀ ਤੁਸੀਂ ਲੈਕਚਰ ਲਾਉਣ ਆਉਂਦੇ ਹੋ, ਜਦੋਂ ਵੀ ਤੁਸੀਂ ਇਹ ਲੈਕਚਰ ਸੁਣਦੇ ਹੋ, ਕਾਪੀ ਪੈਨ ਆਪਣੇ ਕੋਲ ਰੱਖਣਾ। ਜੋ ਮੈਂ ਐਕਸਟਰਾ ਕੁਐਸਚਨ ਦੱਸਦਾ ਉਹ ਤੁਸੀਂ ਕਰ ਸਕਦੇ ਹੋ। ਠੀਕ ਹੈ। ਦ ਰਿਵੋਲਟ ਆਫ 1857 ਵਾਜ਼ ਵਿਟਨੈਸਡ ਬਾਈ ਦਾ ਪੋਇਟ। ਹੁਣ ਜਿਹੜਾ 1857 ਦਾ ਵਿਦਰੋਹ ਹੈਗਾ ਉਹ ਕਿਹੜੇ ਪੋਇਟ ਦੁਆਰਾ ਵਿਟਨੈਸ ਕੀਤਾ ਗਿਆ ਸੀਗਾ ਜਾਂ ਕਹਿ ਸਕਦੇ ਵੇਖਿਆ ਗਿਆ ਸੀਗਾ? ਗਾਲਿਬ ਬਹੁਤ ਹੀ ਫੇਮਸ ਪੋਇਟ ਹੈਗੇ ਉਰਦੂ ਦੇ, ਉਹਨਾਂ ਦੁਆਰਾ ਇਹ ਵਾਲਾ ਜਿਹੜਾ ਰਿਵੋਲਟ ਹੈਗਾ ਵੇਖਿਆ ਗਿਆ ਸੀ ਆਪਣੀ ਅੱਖਾਂ ਦੇ, ਉਹ ਵਿਟਨੈਸ ਸੀਗੇ। ਠੀਕ ਹੈ ਜੀ। ਸੋ ਇਹ ਵਾਲਾ ਇੱਕ ਕੁਐਸਚਨ ਹੈਗਾ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ, ਇਹਨੂੰ ਤੁਸੀਂ ਯਾਦ ਰੱਖਣਾ। ਸੋ ਆਪਾਂ ਨੈਕਸਟ ਪੜ੍ਹਦੇ ਹਾਂ। ਹੂ ਵਾਜ਼ ਦਾ ਗਵਰਨਰ ਜਨਰਲ ਆਫ ਇੰਡੀਆ ਡਿਊਰਿੰਗ ਦਾ ਰਿਵੋਲਟ ਆਫ 1857? ਜਦੋਂ 1857 ਦਾ ਵਿਦਰੋਹ ਹੋਇਆ ਸੀਗਾ ਉਦੋਂ ਗਵਰਨਰ ਜਨਰਲ ਕਿਹੜੇ ਸੀ ਆਪਣੇ? ਤਾਂ ਆਪਣਾ ਆਨਸਰ ਆ ਜਾਊਗਾ ਲੋਰਡ ਕੈਨਿੰਗ ਸੀਗੇ। ਤਾਂ ਪਰ ਲੋਰਡ ਕੈਨਿੰਗ ਦੀ ਹੈ ਜੀ ਕੋਈ ਪੋਲਿਸੀ ਹੈ ਨਹੀਂ ਸੀ ਜਿਹਦੇ ਕਰਕੇ ਰਿਵੋਲਟ ਹੋਇਆ ਸੀਗਾ। ਇਹ ਤਾਂ ਜਿਹੜੀਆਂ ਲਾਰਡ ਡਲਹੌਜ਼ੀ ਦੀਆਂ ਐਕਸਪੈਂਸ਼ਨਿਸਟ ਪੋਲਿਸੀ ਸੀਗੀਆਂ ਜਾਂ ਓਪਰੈਸਿਵ ਨੇਚਰ ਸੀਗਾ ਬ੍ਰਿਟਿਸ਼ਰਸ ਦਾ, ਉਹਦੇ ਕਰਕੇ ਰਿਵੋਲਟ ਹੋਇਆ ਸੀਗਾ। ਲੋਰਡ ਕੈਨਿੰਗ ਤਾਂ ਹਜੇ ਆਇਆ ਹੀ ਸੀਗਾ 1857 ਦੇ ਵਿੱਚ। ਜਸਟ 1856 ਦੇ ਵਿੱਚ ਲਾਰਡ ਡਲਹੌਜ਼ੀ ਗਿਆ ਸੀ, 1857 ਦੇ ਵਿੱਚ ਲਾਰਡ ਕੈਨਿੰਗ ਆਇਆ ਸੀਗਾ। ਠੀਕ ਹੈ ਜੀ। ਤਾਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਲਾਰਡ ਕੈਨਿੰਗ ਦਾ ਕੋਈ ਰਿਵੋਲਟ ਦੇ ਨਾਲ ਲੈਣਾ ਦੇਣਾ ਹੈਗਾ। ਪਰ ਉਦੋਂ ਜਦੋਂ ਰਿਵੋਲਟ ਹੋਇਆ ਸੀ ਉਹ ਐਟ ਪ੍ਰੈਜ਼ੈਂਟ ਟਾਈਮ, ਉਹ ਮਤਲਬ ਉਸ ਟਾਈਮ 'ਤੇ ਪ੍ਰੈਜ਼ੈਂਟ ਸੀਗੇ। ਠੀਕ ਹੈ ਜੀ। ਲਾਰਡ ਕੈਨਿੰਗ ਉਸ ਟਾਈਮ 'ਤੇ ਪ੍ਰੈਜ਼ੈਂਟ ਸੀਗੇ, ਬਾਕੀ ਉਹਨਾਂ ਦੇ ਕਾਰਨ ਕਿਤੇ ਵੀ ਰਿਵੋਲਟ ਨਹੀਂ ਹੋਇਆ ਸੀਗਾ। ਸੋ ਲਾਰਡ ਕੈਨਿੰਗ ਵਾਜ਼ ਦਾ ਵਾਇਸਰੋਏ ਡਿਊਰਿੰਗ ਦੀ ਟਾਈਮ ਆਫ 1857 ਰਿਵੋਲਟ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਕੀ ਹੈਗਾ? ਹੂ ਵਾਜ਼ ਦਾ ਪ੍ਰੋਮੀਨੈਂਟ ਇੰਡੀਅਨ ਹਿਸਟੋਰੀਅਨ ਹੂ ਡਿਡ ਨਾਟ ਅਸੈਪਟ 1857 ਰਿਵੋਲਟ ਐਜ਼ ਏ ਰੈਵੋਲਿਊਸ਼ਨ? ਐਕਸਟ੍ਰੀਮਲੀ ਇੰਪੋਰਟੈਂਟ ਪੁਆਇੰਟ ਹੈਗਾ ਵੀ ਕਿਹੜਾ ਇਹ ਜਿਹਾ ਹਿਸਟੋਰੀਅਨ ਸੀਗਾ ਜਿਹਨੇ ਕਿਹਾ ਸੀ ਵੀ ਜਿਹੜਾ 1857 ਦਾ ਵਿਦਰੋਹ ਹੈਗਾ ਉਹ ਕੋਈ ਰੈਵੋਲਿਊਸ਼ਨ ਨਹੀਂ ਗਾ, ਉਹ ਕੋਈ ਇੰਡੀਪੈਂਡੈਂਟ ਦਾ ਰੈਵੋਲਿਊਸ਼ਨ ਨਹੀਂ ਕਹਿ ਸਕਦੇ ਉਸ ਚੀਜ਼ ਨੂੰ।
ठीक है जी। तो ਉਹਦਾ ਆਨਸਰ ਹੈਗਾ ਆਰ.ਸੀ. ਮਜੂਮਦਾਰ ਨੇ ਕਿਹਾ ਸੀ ਇਹ ਚੀਜ਼। ਸੋ ਇਹਨਾਂ ਦੀ ਜਿਹੜੀ ਕਮੈਂਟਰੀ ਹੈਗੀ ਆਪਾਂ ਨੂੰ ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛ ਲਈ ਜਾਂਦੀ ਹੁੰਦੀ ਹੈ। ਜਿਵੇਂ ਆਪਾਂ ਨੂੰ ਪੁੱਛ ਲਿਆ ਜਾਂਦਾ ਹੁੰਦਾ ਵੀ ਜਿਹੜਾ ਪਹਿਲੀ ਵਾਰੀ ਜਿਹੜਾ ਕਿਸੇ ਇੰਡੀਅਨ ਨੇ ਇਸ ਨੂੰ ਡਿਕਲੇਅਰ ਕੀਤਾ ਫਸਟ ਵਾਰ ਆਫ ਇੰਡੀਪੈਂਡੈਂਸ, ਉਹ ਵੀ.ਡੀ. ਸਾਵਰਕਰ ਸੀਗੇ ਜਿਨ੍ਹਾਂ ਨੇ ਡਿਕਲੇਅਰ ਕੀਤਾ ਵੀ ਜਿਹੜੀ ਇਹ ਵਾਰ ਸੀਗੀ ਉਹ ਫਸਟ ਵਾਰ ਆਫ ਇੰਡੀਪੈਂਡੈਂਸ ਸੀਗੀ। ਠੀਕ ਹੈ ਜੀ। ਵੀ.ਡੀ. ਸਾਵਰਕਰ ਦਾ ਨਾਮ ਐਕਸਟ੍ਰੀਮਲੀ ਇੰਪੋਰਟੈਂਟ ਹੈਗਾ। ਅਤੇ ਆਰ.ਸੀ. ਮਜੂਮਦਾਰ ਇਹ ਜਿਹੇ ਹੈਗੇ ਸੀਗੇ ਜਿਨ੍ਹਾਂ ਨੇ ਕਹਿ ਤਾ ਵੀ ਇਹ ਰੈਵੋਲੂਸ਼ਨ ਸੀਗਾ ਹੀ ਨਹੀਂ। ਇੰਡੀਅਨ ਸੀਗੇ ਹਾਲਾਂਕਿ, ਪਰ ਉਹਨਾਂ ਨੇ ਡਿਕਲੇਅਰ ਕੀਤਾ ਵੀ ਇਹ ਰੈਵੋਲੂਸ਼ਨ ਸੀਗਾ ਹੀ ਨਹੀਂ। ਠੀਕ ਹੈ ਜੀ। ਉਹਨਾਂ ਦੇ ਆਪਣੇ ਆਪਣੇ ਵਿਊ ਪੁਆਇੰਟ ਹੈਗੇ ਆ। ਸੋ ਇਹ ਵਿਊ ਪੁਆਇੰਟ ਆਪਾਂ ਨੂੰ ਪੁੱਛ ਲਏ ਜਾਂਦੇ ਹੁੰਦੇ ਆ। ਸੋ ਨੈਕਸਟ ਕੁਐਸਚਨ ਕੀ ਹੈਗਾ? ਨੈਕਸਟ ਕੁਐਸਚਨ ਹੈਗਾ ਵਿਚ ਵਨ ਆਫ ਦ ਫੋਲੋਇੰਗ ਕਮਿਸ਼ਨ ਇਜ਼ ਐਸੋਸੀਏਟਿਡ ਵਿਦ ਦ ਆਰਮੀ ਰੀਆਰਗਨਾਈਜੇਸ਼ਨ ਆਫਟਰ ਦ ਸਪਰੈਸ਼ਨ ਰਿਵੋਲਟ 1857। ਇਹ ਵੀ ਬਹੁਤ ਵਧੀਆ ਕੁਐਸਚਨ ਬਣਦਾ ਵੀ ਜਿਹੜਾ 1857 ਦਾ ਵਿਦਰੋਹ ਹੋ ਜਾਂਦਾ ਹੈ ਤਾਂ ਉਹਦੇ ਬਾਅਦ ਜਿਹੜੇ ਆਰਮੀ ਦੇ ਵਿੱਚ ਚੇਂਜਿਸ ਲੈ ਕੇ ਆਏ ਵੀ ਜਿਹੜਾ ਉਹਨਾਂ ਦਾ ਸਿਸਟਮ ਸੀਗਾ, ਜਿਵੇਂ ਕਿ ਜਿਹੜੇ ਸਿੱਖ ਰੈਜੀਮੈਂਟ ਹੈ ਜਾਂ ਕੋਈ ਹੋਰ ਰੈਜੀਮੈਂਟ ਹੈਗੀਆਂ ਉਹਨਾਂ ਨੂੰ ਅੱਡ ਅੱਡ ਕੀਤਾ, ਵੱਖਰਾ ਕੀਤਾ। ਇੰਡੀਅਨਸ ਦੀ ਗਿਣਤੀ ਘਟਾਈ, ਯੂਰੋਪੀਅਨ ਦੀ ਵਧਾਈ ਵੀ, ਕਿਉਂਕਿ ਜਦੋਂ ਉਹਨਾਂ ਨੂੰ ਡਰ ਲੱਗ ਗਿਆ ਸੀ ਵੀ ਅਗਰ ਮਿਲਟਰੀ ਵੀ ਇਹਨਾਂ ਦੇ ਨਾਲ ਲੱਗ ਜਾਂਦੀ ਤਾਂ ਜਿਹੜਾ ਸਾਡਾ ਬ੍ਰਿਟੇਨ ਦਾ ਰੂਲ ਸੀਗਾ ਉਹ ਤਾਂ ਖੋਹ ਲਿਆ ਜਾਂਦਾ ਫਿਰ ਇਹਨਾਂ ਕੋਲੋਂ। ਸੋ ਇਸ ਚੀਜ਼ ਨੂੰ ਪ੍ਰੀਵੈਂਟ ਕਰਨ ਵਾਸਤੇ ਉਹਨਾਂ ਨੇ ਕੀ ਕੀਤਾ, ਆਪਣਾ ਜਿਹੜਾ ਮਿਲਟਰੀ ਦਾ ਪੂਰਾ ਸਿਸਟਮ ਹੈਗਾ ਉਹਨੂੰ ਹਿਲਾ ਕੇ ਰੱਖਤਾ, ਉਹਨੂੰ ਰੀਆਰਗਨਾਈਜ਼ ਕਰਤਾ, ਮਤਲਬ ਚੇਂਜ ਕਰਤਾ। ਜਿਹੜੀ ਉਹਨਾਂ ਦੇ ਰਿਕੁਆਇਰਮੈਂਟ ਸੀਗੀਆਂ ਉਸ ਦੇ ਅਕੋਰਡਿੰਗ ਉਹ ਸਾਰੇ ਦੇ ਸਾਰੇ ਸਿਸਟਮ ਨੂੰ ਖੜਾ ਕਰਤਾ। ਸੋ ਇਸ ਲਈ ਉਹਨਾਂ ਨੇ ਇੱਕ ਪਰਟੀਕੂਲਰ ਕਮਿਸ਼ਨ ਬਿਠਾਇਆ ਗਿਆ ਸੀਗਾ। ਉਸ ਕਮਿਸ਼ਨ ਦਾ ਨਾਮ ਕੀ ਸੀਗਾ? ਤਾਂ ਆਪਣਾ ਆਨਸਰ ਆ ਜਾਊਗਾ ਪੀਲ ਕਮਿਸ਼ਨ ਬਿਠਾਇਆ ਗਿਆ ਸੀਗਾ ਮਿਲਟਰੀ ਰੀਆਰਗਨਾਈਜੇਸ਼ਨ ਵਾਸਤੇ। ਐਕਸਟ੍ਰੀਮਲੀ ਇੰਪੋਰਟੈਂਟ ਪੁਆਇੰਟ ਹੈਗਾ। ਪੀਲ ਆਰਗੇਨਾਈਜੇਸ਼ਨ ਬਿਠਾਇਆ ਗਿਆ ਸੀਗਾ ਮਿਲਟਰੀ ਆਰਮੀ ਰੀਆਰਗਨਾਈਜੇਸ਼ਨ ਜਾਂ ਕਹਿ ਸਕਦਾ ਮਿਲਟਰੀ ਆਰਗੇਨਾਈਜੇਸ਼ਨ ਵਾਸਤੇ। ਠੀਕ ਹੈ ਜੀ। ਬਾਕੀ ਜਿਹੜਾ ਪਬਲਿਕ ਸਰਵਿਸ ਕਮਿਸ਼ਨ ਦਾ ਤੁਹਾਨੂੰ ਪਤਾ ਹੀ ਹੈਗਾ, ਨਹੀਂ ਬਿਠਾਇਆ ਗਿਆ ਸੀਗਾ। ਹੰਟਰ ਕਮਿਸ਼ਨ 1882 ਦੇ ਵਿੱਚ ਸੀਗਾ ਜਿਹੜਾ ਕਿ ਆਪਣੀ ਐਜੂਕੇਸ਼ਨ ਦੀ ਡਿਵੈਲਪਮੈਂਟ ਨੂੰ ਲੈ ਕੇ ਬਿਠਾਇਆ ਗਿਆ ਸੀਗਾ। ਉਸ ਤੋਂ ਬਾਅਦ ਸਾਈਮਨ ਕਮਿਸ਼ਨ ਕਿਉਂ ਪਾਇਆ ਗਿਆ ਸੀਗਾ? ਆਪਣੇ ਜਿਹੜੇ ਕੌਨਸਟੀਟਿਊਸ਼ਨ ਨੂੰ ਰਿਵਿਊ ਕਰਨ ਵਾਸਤੇ। ਜਿਹੜਾ 1919 ਐਕਟ ਸੀਗਾ ਉਹ ਕਿਵੇਂ ਚੱਲ ਰਿਹਾ, ਉਹਦੇ ਵਿੱਚ ਕੀ ਚੇਂਜਿਸ ਲੈ ਕੇ ਆਏ ਜਾ ਸਕਦੇ, ਇਸ ਵਾਸਤੇ ਸਾਈਮਨ ਕਮਿਸ਼ਨ ਬਿਠਾਇਆ ਗਿਆ ਸੀਗਾ। ਸੋ ਇਹ ਵੀ ਆਪਣੇ ਲਈ ਇੰਪੋਰਟੈਂਟ ਹੈਗਾ। ਬਾਕੀ ਆਪਾਂ ਹੌਲੀ ਹੌਲੀ ਸਾਰੀ ਚੀਜ਼ਾਂ ਟਾਈਮ ਦੇ ਨਾਲ ਕਰਦੇ ਰਹਾਂਗੇ। ਜਿਵੇਂ ਤੁਹਾਨੂੰ ਮੈਂ ਕਿਹਾ 500 ਕੁਐਸਚਨ ਬੋਲ ਰਿਹਾ ਤੁਹਾਨੂੰ, ਪਰ 500 ਤੋਂ ਵੱਧ ਕੁਐਸਚਨ ਹੀ ਹੋ ਜਾਣਗੇ। ਹੁਣ ਵੀ ਆਪਾਂ ਲਗਭਗ 100+ ਕੁਐਸਚਨ ਤਾਂ ਆਪਾਂ ਹੁਣ ਕਰ ਚੁੱਕੇ ਹਾਂ। ਆਪਣੇ ਲਾਸਟ ਜਿਹੜੇ 4-5 ਲੈਕਚਰ ਹੈਗੇ ਉਹਨਾਂ ਵਿੱਚ ਵੀ 100+ ਕੁਐਸਚਨ ਹੈਗੇ ਆ। ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਇੱਕ ਕੁਐਸਚਨ ਦੇ ਨਾਲ ਕਿੰਨੀਆਂ ਚੀਜ਼ਾਂ ਜੁੜੀਆਂ ਹੋਈਆਂ। ਮੈਂ ਤੁਹਾਨੂੰ ਹੰਟਰ ਕਮਿਸ਼ਨ ਦੱਸਤਾ ਵੀ ਕਦੋਂ ਆਇਆ ਸੀ, 1882 ਦੇ ਵਿੱਚ ਆਇਆ ਸੀਗਾ। ਕਿਹਦੇ ਦੌਰਾਨ ਆਇਆ ਸੀ? ਤਾਂ ਆਪਾਂ ਕਹਾਂਗੇ ਲੋਰਡ ਰਿਪਨ ਦੇ ਦੌਰਾਨ 'ਤੇ ਆਇਆ ਸੀਗਾ। ਇਹਦਾ ਕੰਮ ਕੀ ਸੀਗਾ? ਇੱਕ ਐਜੂਕੇਸ਼ਨ ਕਮਿਸ਼ਨ ਸੀਗਾ। ਜਿਹੜਾ ਵੁੱਡ ਡਿਸਪੈਚ 1854 ਦੇ ਵਿੱਚ ਆਇਆ ਸੀਗਾ, ਉਹਦੀਆਂ ਉਹ ਕਿਵੇਂ ਚੱਲ ਰਿਹਾ ਉਹਨੂੰ ਅਸੈਸ ਕਰਨ ਵਾਸਤੇ ਆਇਆ ਸੀਗਾ ਆਪਣਾ ਹੰਟਰ ਕਮਿਸ਼ਨ 1882 ਦੇ ਵਿੱਚ। ਤਾਂ ਪੀਲ ਕਮਿਸ਼ਨ ਕਿਸ ਵਾਸਤੇ ਸੀਗਾ? 1857 ਦੇ ਵਿੱਚ ਦੇ ਬਾਅਦ ਜਿਹੜੀ ਆਰਮੀ ਦੀ ਰੀਆਰਗਨਾਈਜੇਸ਼ਨ ਹੋਈ ਸੀਗੀ ਉਸ ਵਾਸਤੇ ਸੀਗਾ ਪੀਲ ਕਮਿਸ਼ਨ। ਠੀਕ ਹੈ। ਸਾਈਮਨ ਕਮਿਸ਼ਨ ਕਿਉਂ ਆਇਆ ਸੀਗਾ? 1919 ਦੇ ਐਕਟ ਨੂੰ ਰਿਵਿਊ ਕਰਨ ਵਾਸਤੇ ਆਇਆ ਸੀਗਾ। ਠੀਕ ਹੈ, ਪੀਲ ਕਮਿਸ਼ਨ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਹੈਗਾ ਹੂ ਕਾਲ ਦਾ ਰਿਵੋਲਟ ਆਫ 1857 ਐਜ਼ ਏ ਕੌਨਸਪੀਰੇਸੀ। ਹੁਣ ਕੁਛ ਲੋਕ ਇਹੋ ਜਿਹੇ ਵੀ ਸੀਗੇ ਜੋ 1857 ਜਿਹੜੇ ਓਬਵੀਅਸਲੀ ਗੱਲ ਹੈ ਇੰਗਲਿਸ਼ ਆਥਰਸ ਹੋਣਗੇ ਜਿਹੜੇ ਮਤਲਬ 1857 ਦੇ ਰਿਵੋਲਟ ਨੂੰ ਇੱਕ ਕੌਨਸਪੀਰੇਸੀ ਡਿਕਲੇਅਰ ਕਰਨਗੇ। ਕੌਨਸਪੀਰੇਸੀ ਕੀ ਹੁੰਦੀ? ਇੱਕ ਸਾਜ਼ਿਸ਼ ਕਰਨਾ ਵੀ ਇੰਡੀਅਨ ਦੀ ਸਾਜ਼ਿਸ਼ ਸੀਗੀ ਬ੍ਰਿਟੇਨ ਗੌਰਮੈਂਟ ਦੇ ਖਿਲਾਫ ਇੱਕ ਤਰ੍ਹਾਂ ਦੀ। ਕੌਨਸਪੀਰੇਸੀ ਕਿਹਨੇ ਡਿਕਲੇਅਰ ਕੀਤਾ? ਸਰ ਜੇਮਸ ਔਥਰਮ ਐਂਡ W. ਟੇਲਰ। ਠੀਕ ਹੈ ਜੀ। ਸੋ ਇਹਨਾਂ ਦੋਨਾਂ ਨੇ ਡਿਕਲੇਅਰ ਕੀਤਾ ਵੀ ਜਿਹੜਾ 1857 ਦਾ ਵਿਦਰੋਹ ਸੀਗਾ ਇੱਕ ਤਰ੍ਹਾਂ ਦੀ ਕੌਨਸਪੀਰੇਸੀ ਸੀ, ਇੱਕ ਤਰ੍ਹਾਂ ਦਾ ਸਾਜ਼ਿਸ਼ ਸੀਗੀ ਬ੍ਰਿਟਿਸ਼ ਗੌਰਮੈਂਟ ਦੇ ਖਿਲਾਫ। ਹੋਰ ਕੁਛ ਨਹੀਂ ਸੀਗਾ। ਨਾ ਇਹ ਰਿਵੋਲਟ ਸੀਗਾ, ਨਾ ਇੰਡੀਪੈਂਡੈਂਸ ਸੀਗੀ, ਇੰਡੀਪੈਂਡੈਂਸ ਦੇ ਲਈ ਲੜਾਈ ਸੀਗੀ, ਨਾ ਇੰਡੀਪੈਂਡੈਂਸ ਵਾਰ ਸੀਗੀ। ਸੋ ਜਿਹੜੇ ਔਥਰ ਹੈਗੇ ਆ ਉਹਨਾਂ ਬਾਰੇ ਤੁਸੀਂ ਯਾਦ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਇਹ ਸਾਰੀਆਂ ਚੀਜ਼ਾਂ ਐਗਜ਼ਾਮ ਦੇ ਵਿੱਚ ਆਲਰੇਡੀ ਪੁੱਛੀਆਂ ਹੋਈਆਂ। ਇਹੀ ਸਟੈਂਡਰਡ ਕੁਐਸਚਨ ਬਣਦੇ ਆ 1857 ਦੇ ਰਿਵੋਲਟ 'ਚੋਂ। ਸੋ ਮਾਡਰਨ ਹਿਸਟੋਰੀਅਨ ਹੂ ਕਾਲਡ ਦਾ ਰਿਵੋਲਟ ਆਫ 1857 ਐਜ਼ ਦਾ ਫਸਟ ਇੰਡੀਪੈਂਡੈਂਸ ਵਾਰ ਵਾਸ। ਕਿਹੜਾ ਇਹ ਜਿਹਾ ਪਹਿਲਾ ਹਿਸਟੋਰੀਅਨ ਸੀਗਾ ਜਿਹਨੇ ਡਿਕਲੇਅਰ ਕੀਤਾ ਵੀ ਜਿਹੜਾ 1857 ਦਾ ਰਿਵੋਲਟ ਹੈਗਾ ਫਸਟ ਵਾਰ ਆਫ ਇੰਡੀਪੈਂਡੈਂਸ ਹੈਗਾ? ਤਾਂ ਮੈਂ ਤੁਹਾਨੂੰ ਇਹ ਚੀਜ਼ ਤਾਂ ਆਲਰੇਡੀ ਕਈ ਵਾਰੀ ਸਮਝਾ ਚੁੱਕਿਆ। V.D. ਸਾਵਰਕਰ ਨੇ ਵਾਰ-ਵਾਰ ਇਸ ਰਿਵੋਲਟ ਨੂੰ ਕਿਹਾ ਵੀ ਜਿਹੜਾ 1857 ਦਾ ਰਿਵੋਲਟ ਹੈਗਾ ਉਹ ਫਸਟ ਵਾਰ ਆਫ ਇੰਡੀਪੈਂਡੈਂਸ ਹੈਗਾ। ਸੋ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ। 1857 ਦਾ ਰਿਵੋਲਟ ਕੀ ਹੈਗਾ? ਫਸਟ ਵਾਰ ਆਫ ਇੰਡੀਪੈਂਡੈਂਸ। ਇਹਨੂੰ ਕਿਹਨੇ ਕਿਹਾ? V.D. ਸਾਵਰਕਰ ਨੇ। ਸਰ ਜੇਮਸ ਔਥਰਮ ਨੇ ਤੇ W. ਟੇਲਰ ਨੇ ਕੀ ਕਿਹਾ ਵੀ 1857 ਦਾ ਜਿਹੜਾ ਰਿਵੋਲਟ ਹੈਗਾ ਇੱਕ ਤਰ੍ਹਾਂ ਦੀ ਕੌਨਸਪੀਰੇਸੀ ਹੈ ਔਰ ਕੁਛ ਹੈ ਨਹੀਂਗਾ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਹੈਗਾ ਦਾ ਇੰਡੀਗੋ ਰਿਬੇਲੀਅਨ ਵਾਜ਼ ਅਬਾਊਟ। ਜਿਹੜਾ ਇੰਡੀਗੋ ਰਿਬੇਲੀਅਨ ਹੈਗਾ ਕਿਉਂ ਕੀਤਾ ਗਿਆ ਸੀਗਾ, ਮਤਲਬ ਇਹਦਾ ਕਾਰਨ ਕੀ ਸੀਗਾ, ਮੁੱਖ ਕਾਰਨ ਕੀ ਸੀਗਾ ਇੰਡੀਗੋ ਰਿਬੇਲੀਅਨ ਦਾ?
ਜਿਹੜੇ ਅੰਗਰੇਜ਼ ਸੀਗੇ ਉਹ ਚਾਹੁੰਦੇ ਸੀਗੇ ਵੀ ਜਿਹੜੇ ਕਮਰਸ਼ੀਅਲਾਈਜ਼ ਕ੍ਰੌਪ ਹੈਗੇ ਜਿਵੇਂ ਕਿ ਇੰਡੀਗੋ ਉਗਾਈ ਜਾਵੇ ਅਤੇ ਉਹਨਾਂ ਨੂੰ ਲੈਸ ਰੇਟਸ 'ਤੇ ਵੇਚੀ ਜਾਵੇ। ਠੀਕ ਹੈ ਜੀ। ਇੱਕ ਤਰ੍ਹਾਂ ਦਾ ਜ਼ਿਮੀਂਦਾਰਾਂ ਦਾ ਐਕਸਪਲੋਇਟੇਸ਼ਨ ਕਰਨਾ ਚਾਹੁੰਦੇ ਸੀ, ਜਿਵੇਂ ਆਪਣੇ ਜਿਹੜੇ ਹੁੰਦੇ ਫਾਰਮ ਬਿਲਸ ਹੈਗੇ ਆ ਉਹ ਵੀ ਆਪਣਾ ਐਕਸਪਲੋਇਟੇਸ਼ਨ ਕਰਨਾ ਚਾਹੁੰਦੇ ਆ। ਉਹ ਚਾਹੁੰਦੇ ਆ ਵੀ ਆਪਾਂ ਫਸਲਾਂ ਉਗਾਈਏ, ਘੱਟ ਰੇਟ 'ਤੇ ਉਹਨਾਂ ਨੂੰ ਦੇਈਏ, ਜਿਹੜੇ ਕਾਰਪੋਰੇਟਰਸ ਹੈਗੇ ਉਹਨਾਂ ਨੂੰ ਘੱਟ ਰੇਟ 'ਤੇ ਦੇਈਏ। ਠੀਕ ਹੈ ਜੀ। ਉਸੇ ਤਰ੍ਹਾਂ ਆਪਣੀਆਂ ਜਿਹੜੀਆਂ ਕਮਰਸ਼ੀਅਲ ਕ੍ਰੌਪਸ ਉਦੋਂ ਉਗਵਾਈਆਂ ਜਾ ਰਹੀਆਂ ਸੀਗੀਆਂ ਬ੍ਰਿਟਿਸ਼ ਦੁਆਰਾ, ਜਿਵੇਂ ਕਿ ਇੰਡੀਗੋ ਹੋ ਗਈ, ਕੋਟਨ ਹੋ ਗਈ। ਪਰ ਇੰਡੀਗੋ ਦਾ ਜਿਹੜਾ ਇੰਪੈਕਟ ਸੀਗਾ ਜ਼ਿਆਦਾ ਸੀਗਾ, ਅਤੇ ਇਹ ਵੀ ਕਹਿਣ ਚਾਹੁੰਦਾ ਵੀ ਜਿਹੜੀ ਜ਼ਮੀਨ ਹੈ ਉਹ ਵੀ ਬੈਰਨ ਲੈਂਡ ਹੋ ਜਾਂਦੀ ਸੀ ਜਦੋਂ ਇੰਡੀਗੋ ਉਗਾਉਂਦੇ ਸੀਗੇ। ਤਾਂ ਜਿਹੜੀ ਪ੍ਰੋਟੈਸਟ ਸੀਗਾ ਵੀ ਉਹਨਾਂ ਨੂੰ ਇੱਕ ਤਾਂ ਆਪਣੇ ਦਾਮ ਨਹੀਂ ਮਿਲ ਰਹੇ ਸੀਗੇ। ਠੀਕ ਹੈ ਜੀ। ਇੰਡੀਗੋ ਜਦੋਂ ਉਗਾਉਂਦੇ ਸੀਗੇ ਉਹਨਾਂ ਨੂੰ ਦਾਮ ਨਹੀਂ ਮਿਲ ਰਹੇ ਸੀ, ਇੱਕ ਤਾਂ ਉਹਨਾਂ ਨੂੰ ਸਸਤੇ ਰੇਟਾਂ 'ਤੇ ਵੇਚਣਾ ਪੈਂਦਾ ਸੀਗਾ ਪਲਾਂਟਰਸ ਨੂੰ, ਜਿਨ੍ਹਾਂ ਨੇ ਉਹਨਾਂ ਨੂੰ ਉਗਾਇਆ ਸੀਗਾ। ਉੱਤੋਂ ਜਿਹੜੇ ਇਨਪੁਟ ਕੋਸਟ ਸੀਗੀ ਬਹੁਤ ਹਾਈ ਸੀਗੀ, ਉੱਤੋਂ ਬ੍ਰਿਟਿਸ਼ਰਸ ਦੁਆਰਾ ਫੋਰਸ ਕੀਤਾ ਜਾ ਰਿਹਾ ਸੀਗਾ ਵੀ ਹਾਂ ਤੁਸੀਂ ਉਗਾਉਣੇ ਹੀ ਉਗਾਉਣਾ ਇੰਡੀਗੋ। ਠੀਕ ਹੈ ਜੀ। ਸੋ ਇਸ ਕਰਕੇ ਇਹ ਪ੍ਰੋਟੈਸਟ ਮੂਵਮੈਂਟ ਦੈਟ ਕੈਰੀਡ ਐਨ ਇੰਡੀਗੋ ਕਲਰਡ ਫਲੈਗ। ਠੀਕ ਹੈ ਜੀ। ਇਹ ਮੂਵਮੈਂਟ ਸੀਗੀ ਇੰਡੀਗੋ ਰਿਬੇਲੀਅਨ। ਤੁਹਾਨੂੰ ਮੈਂ ਹੁਣ ਸਾਰਾ ਕਾਰਨ ਦੱਸਤਾ ਵੀ ਇੰਡੀਗੋ ਰਿਬੇਲੀਅਨ ਦੇ ਕਾਰਨ ਕੀ ਸੀ ਅਤੇ ਮਤਲਬ ਇਹਦੇ ਵਿੱਚ ਕੀ ਕੁਛ ਹੁੰਦਾ ਸੀਗਾ। ਹੂ ਇਜ਼ ਦਾ ਆਥਰ ਆਫ ਦਾ ਬੁੱਕ? ਨੀਲ ਦਰਪਨ, ਇਹ ਬੁੱਕ ਰਿਟਨ ਔਨ ਦਾ ਮਿਜ਼ਰੇਬਲ ਕੰਡੀਸ਼ਨ ਆਫ ਇੰਡੀਗੋ ਫਾਰਮਰਸ। ਠੀਕ ਹੈ ਜੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇੱਕ ਬੁੱਕ ਲਿਖੀ ਗਈ ਸੀਗੀ ਨੀਲ ਦਰਪਨ ਬੁੱਕ ਲਿਖੀ ਗਈ ਸੀਗੀ ਬਾਏ ਦੀ ਦੀਨ ਬੰਧੂ ਮਿੱਤਰਾ। ਇਹ ਕਿਸ ਬੇਸਿਸ 'ਤੇ ਬੁੱਕ ਲਿਖੀ ਗਈ ਸੀ? ਜਿਹੜੀਆਂ ਮਿਜ਼ਰੇਬਲ ਕੰਡੀਸ਼ਨਸ ਫਾਰਮਰਸ ਦੀਆਂ ਸੀਗੀਆਂ ਉੱਥੇ ਇੰਡੀਗੋ ਫਾਰਮਰਸ ਦੀਆਂ ਸੀਗੀਆਂ, ਉਹਨਾਂ ਬਾਰੇ ਇੱਕ ਬੁੱਕ ਲਿਖੀ ਗਈ ਸੀ ਜਿਹਦਾ ਨਾਮ ਸੀਗਾ ਨੀਲ ਦਰਪਨ ਬਾਏ ਦੀ ਦੀਨ ਬੰਧੂ ਮਿੱਤਰਾ। ਐਕਸਟ੍ਰੀਮਲੀ ਇੰਪੋਰਟੈਂਟ ਬੁੱਕ ਹੈਗੀ। ਇਹਨੂੰ ਤੁਸੀਂ ਜਦੋਂ ਤੁਹਾਨੂੰ ਨੋਟਸ ਮਿਲਣਗੇ ਤਾਂ ਤੁਸੀਂ ਇਹਨੂੰ ਰੈੱਡ ਪੈਨ ਦੇ ਨਾਲ ਮਾਰਕ ਕਰ ਲੈਣਾ। ਅਗਰ ਤੁਹਾਨੂੰ ਹੁਣ ਸਪੋਜ਼ ਕਰ ਲਓ ਹੁਣੇ ਨੋਟ ਸਾਡੇ ਲੇਟ ਹੈਗੇ ਆ ਥੋੜ੍ਹੇ ਜਿਹੇ, ਤਾਂ ਤੁਸੀਂ ਹੁਣੇ ਕਾਪੀ 'ਤੇ ਵੀ ਨੋਟ ਕਰ ਸਕਦੇ ਹੋ ਇਹਨਾਂ ਚੀਜ਼ਾਂ ਨੂੰ। ਬਾਕੀ ਤੁਸੀਂ ਪੜ੍ਹਿਆ ਹੋਊਗਾ ਤਾਂ ਉੱਥੇ ਤੁਸੀਂ ਮੈਂਸ਼ਨ ਵੀ ਕਰ ਸਕਦੇ ਹੋ। ਅਗਰ ਤੁਹਾਡੇ ਕੋਲ ਆਲਰੇਡੀ ਨੋਟਸ ਹੈਗੇ ਆ ਉਹਨਾਂ ਵਿੱਚ ਵੀ ਮੈਂਸ਼ਨ ਕਰ ਸਕਦੇ ਹੋ ਵੀ ਨੀਲ ਦਰਪਨ ਬਾਏ ਦੀ ਦੀਨ ਬੰਧੂ ਮਿੱਤਰਾ। ਐਕਸਟ੍ਰੀਮਲੀ ਇੰਪੋਰਟੈਂਟ ਹੈਗਾ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਹੂ ਵਾਜ਼ ਦਾ ਕੰਪੋਜ਼ਰ ਆਫ ਦਾ ਸੌਂਗ ਵੰਦੇ ਮਾਤਰਮ? ਜਿਹੜਾ ਵੰਦੇ ਮਾਤਰਮ ਸੌਂਗ ਹੈਗਾ ਉਹ ਕਿਹਨੇ ਲਿਖਿਆ ਹੈਗਾ, ਕੰਪੋਜ਼ ਕਿਹਨੇ ਕੀਤਾ? ਬੰਕਿਮ ਚੰਦਰ ਚੈਟਰਜੀ ਨੇ। ਸੋ ਇਹ ਸਾਰਿਆਂ ਨੂੰ ਪਤਾ ਹੈਗਾ। ਦਾ ਥੀਮ ਆਫ ਦਾ ਨਾਵਲ ਆਨੰਦ ਮਠ ਇਜ਼ ਬੇਸਡ ਔਨ? ਇੱਕ ਆਨੰਦ ਮਠ ਨਾਵਲ ਲਿਖਿਆ ਗਿਆ ਸੀਗਾ, ਉਹਦੀ ਥੀਮ ਕੀ ਸੀਗੀ? ਉਹ ਕਿਹੜੀ ਰਿਵੋਲਟ ਦੇ ਬੇਸਿਸ 'ਤੇ ਉਹ ਨਾਵਲ ਲਿਖਿਆ ਗਿਆ ਸੀਗਾ? ਕਿਹੜੀ ਰਿਵੋਲਟ ਦੀਆਂ ਜਿਹੜੀਆਂ ਕੰਡੀਸ਼ਨਸ ਆ ਉਹਨਾਂ ਨੂੰ ਡਿਪਿਕਟ ਕਰਦਾ ਸੀ? ਤਾਂ ਆਪਣਾ ਆਨਸਰ ਆ ਜਾਊਗਾ ਸੰਨਿਆਸੀ ਰਿਬੇਲੀਅਨ, ਜਿਹੜਾ ਕਿ 1771 ਈਸਵੀ ਦੇ ਵਿੱਚ ਹੋਇਆ। ਉਹਦੀਆਂ ਜਿਹੜੀਆਂ ਕੰਡੀਸ਼ਨ ਸੀਗੀਆਂ ਉਹਨੂੰ ਡਿਪਿਕਟ ਕਰਦਾ ਆਨੰਦ ਮਠ ਨਾਵਲ ਹੈਗਾ, ਜਿਹੜਾ ਕਿ ਸੰਨਿਆਸੀ ਰਿਬੇਲੀਅਨ ਨੂੰ ਡਿਪਿਕਟ ਕਰਦਾ ਹੁੰਦਾ। ਹੁਣ ਆਪਾਂ ਨੂੰ ਕੁਐਸਚਨ ਆ ਜਾਂਦਾ ਵੀ ਸੰਨਿਆਸੀ ਰਿਬੇਲੀਅਨ ਹੋਇਆ ਕਿੱਥੇ ਸੀਗਾ? ਸੰਨਿਆਸੀ ਰਿਬੇਲੀਅਨ ਹੋਇਆ ਸੀਗਾ ਬੰਗਾਲ ਦੇ ਏਰੀਆ ਵਿੱਚ। ਠੀਕ ਹੈ। ਬੰਗਾਲ ਦੇ ਏਰੀਆ ਦੇ ਵਿੱਚ ਹੋਇਆ ਸੀਗਾ ਸੰਨਿਆਸੀ ਰਿਬੇਲੀਅਨ। ਇਹ 1771 ਦੇ ਵਿੱਚ ਹੋਇਆ ਸੀਗਾ। ਪਹਿਲਾ ਵਨ ਆਫ ਦੀ ਅਰਲੀਐਸਟ ਰਿਵੋਲਟ ਹੈਗਾ ਜਿਹੜਾ ਹੋਇਆ ਸੀਗਾ ਸੰਨਿਆਸੀ ਰਿਬੇਲੀਅਨ। ਇਹ ਕਿਉਂ ਹੋਇਆ ਸੀਗਾ? ਕਿਉਂਕਿ ਇੱਥੇ ਕੁਝ ਸੰਨਿਆਸੀ ਰਹਿੰਦੇ ਹੁੰਦੇ ਸੀਗੇ, ਉਹਨਾਂ ਦੇ ਜਿਹੜੇ ਪ੍ਰਿਵਿਲੇਜਸ ਹੁੰਦੇ ਸੀਗੇ ਉਹ ਗੌਰਮੈਂਟ ਦੁਆਰਾ ਖੋਹ ਲਏ ਗਏ ਸੀਗੇ। ਉਹਨਾਂ ਦੀ ਜ਼ਮੀਨਾਂ ਹੜਪ ਲਈਆਂ ਗਈਆਂ ਸੀਗੀਆਂ, ਤਾਂ ਕਰਕੇ ਸੰਨਿਆਸੀ ਰਿਬੇਲੀਅਨ ਉੱਭਰ ਕੇ ਸਾਹਮਣੇ ਆਇਆ ਸੀਗਾ। ਹੁਣ ਆਪਾਂ ਜਿੰਨੇ ਵੀ ਰਿਬੇਲੀਅਨ ਪੜ੍ਹਾਂਗੇ ਉਹ ਸਾਰੇ ਦੇ ਸਾਰੇ ਇੱਕ ਹੀ ਬੇਸ 'ਤੇ ਹੈਗੇ ਆ ਵੀ ਗੌਰਮੈਂਟ ਨੇ ਉਹਨਾਂ ਦੀ ਜ਼ਮੀਨਾਂ ਕੌਨਫਿਸਕੇਟ ਕਰ ਲਈਆਂ ਸੀ, ਜਾਂ ਹਾਈ ਲੈਂਡ ਰਿਵੈਨਿਊ ਸੀਗਾ ਜਿਹੜਾ ਕਿ ਆਪਾਂ ਪਰਮਾਨੈਂਟ ਲੈਂਡ ਸੈਟਲਮੈਂਟ ਸਿਸਟਮ ਬਾਰੇ ਪੜ੍ਹਿਆ ਸੀ ਜਾਂ ਰੋਇਤਵਾਰੀ ਸਿਸਟਮ ਬਾਰੇ ਪੜ੍ਹਿਆ ਸੀਗਾ। ਉਹਦੇ ਬੇਸਿਸ 'ਤੇ ਵੀ ਹਾਈ ਲੈਂਡ ਰਿਵੈਨਿਊ ਸੀਗਾ, ਉਹਦੇ ਕਰਕੇ ਕਾਰਨ ਸੀਗੇ ਜਿਹੜੇ ਵੀ ਹੁਣ ਰਿਵੋਲਟ ਹੋਣਗੇ, ਜਿਵੇਂ ਕਿ ਸੰਨਿਆਸੀ ਰਿਬੇਲੀਅਨ ਹੈਗਾ, ਜਾਂ ਅਗਾਂਹ ਨੂੰ ਸੰਥਲ ਰਿਬੇਲੀਅਨ ਆਊਗਾ, ਜਾਂ ਕੋਲ ਰਿਬੇਲੀਅਨ, ਜਾਂ ਮੁੰਡਾ ਰਿਬੇਲੀਅਨ, ਜਾਂ ਜਿੰਨੇ ਵੀ ਹੋਰ ਛੋਟਾ ਨਾਗਪੁਰ ਰਿਬੇਲੀਅਨ, ਜਿੰਨੇ ਵੀ ਰਿਬੇਲੀਅਨ ਆਉਣਗੇ ਉਹਨਾਂ ਦਾ ਮੁੱਖ ਕਾਰਨ ਇਹੀ ਹੋਊਗਾ ਵੀ ਜਿਹੜੀਆਂ ਅੰਗਰੇਜ਼ਾਂ ਨੇ ਜ਼ਮੀਨਾਂ ਉਹ ਖੋਹ ਲਈਆਂ ਸੀਗੀਆਂ ਕਿਸਾਨਾਂ ਕੋਲੋਂ, ਜਾਂ ਜ਼ਿਮੀਂਦਾਰਾਂ ਨੂੰ ਦੇਤੀਆਂ ਸੀਗੀਆਂ, ਜਾਂ ਕੁਛ ਜ਼ਿਮੀਂਦਾਰਾਂ ਨੇ ਜ਼ਮੀਨਾਂ ਖੋਹ ਲਈਆਂ ਸੀਗੀਆਂ ਕਿਸਾਨਾਂ ਕੋਲੋਂ। ਸੋ ਇਹ ਮੁੱਖ ਕਾਰਨ ਸੀਗੇ ਸਾਰੇ ਦੇ ਸਾਰੇ ਰਿਬੇਲੀਅਨਸ ਦੇ। ਠੀਕ ਹੈ ਜੀ। ਸੋ ਉਹਨਾਂ ਬਾਰੇ ਪੜ੍ਹਦੇ ਹਾਂ ਵੀ ਕਿਹੜਾ ਰਿਬੇਲੀਅਨ ਸੀਗਾ ਅਤੇ ਕਿੱਥੇ ਹੋਇਆ ਅਤੇ ਕਿਹੜੇ ਉਹਨਾਂ ਦੇ ਮੇਜਰ ਲੀਡਰ ਸੀਗੇ। ਸੋ ਸਾਰਾ ਕੁਛ ਪੜ੍ਹਦੇ ਹਾਂ ਆਪਾਂ ਹੁਣੇ। ਸੋ ਆਪਾਂ ਅੱਗੇ ਪੜ੍ਹਦੇ ਹਾਂ। ਸੋ ਨੈਕਸਟ ਹੈਗਾ ਕੁੱਕਾ ਮੂਵਮੈਂਟ ਵਾਰ ਔਰਗਨਾਈਜ਼ਡ ਬਾਏ ਦਾ। ਸੋ ਜਿਹੜੀ ਕੁੱਕਾ ਮੂਵਮੈਂਟ 1850 ਤੋਂ ਬਾਅਦ ਵਿੱਚ ਹੋਈ ਸੀਗੀ, ਉਹ ਕਿਹਨਾਂ ਨੇ ਲਾਂਚ ਕੀਤੀ ਸੀ? ਤਾਂ ਆਪਣਾ ਆਨਸਰ ਆ ਜਾਊਗਾ ਗੁਰੂ ਰਾਮ ਸਿੰਘ ਜੀ ਨੇ। ਸੋ ਇਹ ਤਾਂ PPSC ਦਾ ਪੁੱਛਿਆ ਹੋਇਆ ਕੁਐਸਚਨ ਹੈਗਾ ਵੀ ਕੁੱਕਾ ਮੂਵਮੈਂਟ ਦੇ ਲੀਡਰ ਕੌਣ ਸੀ? ਤਾਂ ਆਪਣਾ ਆਨਸਰ ਆ ਜਾਊਗਾ ਗੁਰੂ ਰਾਮ ਸਿੰਘ ਜੀ। ਠੀਕ ਹੈ ਜੀ। ਉਹ ਜੋ ਵੀ ਆਪਣੀ ਸੁਸਾਇਟੀ ਦੇ ਵਿੱਚ ਕੁਰੀਤੀਆਂ ਫੈਲੀਆਂ ਹੋਈਆਂ ਸੀਗੀਆਂ ਅਤੇ ਅੰਗਰੇਜ਼ ਗੌਰਮੈਂਟ ਦੇ ਖਿਲਾਫ ਵਨ ਆਫ ਦੀ ਪਹਿਲੀ ਮੂਵਮੈਂਟ ਸੀਗੀ ਜਿਹਦਾ ਨਾਮ ਹੈਗਾ ਕੁੱਕਾ ਮੂਵਮੈਂਟ। ਠੀਕ ਹੈ ਜੀ। ਤਾਂ ਉਹਨਾਂ ਬਾਰੇ ਆਪਾਂ ਜਦੋਂ ਹਿਸਟਰੀ ਤੁਸੀਂ ਲੈਕਚਰ ਵੇਖੋਗੇ ਆਪਾਂ ਬਹੁਤ ਡਿਟੇਲ ਦੇ ਵਿੱਚ ਪੜ੍ਹਿਆ ਉਹਨਾਂ ਬਾਰੇ।
ਸੋ ਨੈਕਸਟ ਹੈਗਾ ਪਾਗਲਪੰਥੀ ਰਿਬੇਲੀਅਨ ਵਾਸ ਇੰਡੀਡ ਅ ਰਿਬੇਲੀਅਨ ਆਫ। ਇੱਕ ਪਾਗਲਪੰਥੀ ਰਿਬੇਲੀਅਨ ਸੀਗਾ, ਇਹ ਵੀ ਵੈਸਟ ਬੰਗਾਲ ਦੇ ਵਿੱਚ ਹੋਇਆ ਸੀਗਾ, ਠੀਕ ਹੈ ਜੀ। ਇਹਦਾ ਵੀ ਕਾਰਨ ਸਿਮਿਲਰ ਸੀਗੇ, ਅੰਗਰੇਜ਼ਾਂ ਨੇ ਉਹਨਾਂ ਦੀ ਜ਼ਮੀਨਾਂ ਖੋਲੀਆਂ ਸੀਗੀਆਂ। ਹੁਣ ਇਹ ਕਿਹਨਾਂ ਦਾ ਰਿਬੇਲੀਅਨ ਸੀਗਾ, ਆਪਾਂ ਨੂੰ ਇਹ ਪੁੱਛਿਆ ਗਿਆ। ਉੱਥੋਂ ਦੇ ਇੱਕ ਐਥਨਿਕ ਕਮਿਊਨਿਟੀ ਸੀਗੀ ਜਾਂ ਗਰੁੱਪ ਕਹਿ ਸਕਦੇ ਹਾਂ, ਜਿਨ੍ਹਾਂ ਦਾ ਨਾਮ ਹੈਗਾ ਗਾਰੋਜ਼। ਜਿਹੜਾ ਪਾਗਲਪੰਥੀ ਰਿਬੇਲੀਅਨ ਹੈਗਾ ਕਿਹਨਾਂ ਦੁਆਰਾ ਕੀਤਾ ਗਿਆ, ਗਾਰੋਜ਼ ਦੁਆਰਾ ਕੀਤਾ ਗਿਆ ਸੀ, ਠੀਕ ਹੈ ਜੀ। ਕੁੱਕਾ ਮੂਵਮੈਂਟ ਕਿਹਨਾਂ ਨੇ ਲਾਂਚ ਕੀਤੀ, ਗੁਰੂ ਰਾਮ ਸਿੰਘ ਜੀ ਨੇ। ਸੋ ਆਪਾਂ ਨੈਕਸਟ ਤੇ ਮੂਵ ਕਰਦੇ ਹਾਂ। Who among of the following was the leader of the Farzi rebellion? ਫਰਜ਼ਿਸ ਰਿਬੇਲੀਅਨ। ਤੋਂ ਇੱਕ ਫਰਜ਼ਿਸ ਰਿਬੇਲੀਅਨ ਹੋਇਆ ਸੀਗਾ, ਉਹਦੇ ਲੀਡਰ ਕੌਣ ਸੀ? ਤਾਂ ਆਪਣਾ ਆਨਸਰ ਆ ਜਾਊਗਾ ਦੱਦੂ ਮੀਆਂ, ਉਹਨਾਂ ਦੇ ਲੀਡਰ ਸੀਗੇ। ਸੋ ਆਪਾਂ ਨੂੰ ਕਿਸ ਢੰਗ ਦੇ ਨਾਲ ਕੁਐਸਚਨ ਪੁੱਛਿਆ ਜਾਊਗਾ, ਆਪਾਂ ਨੂੰ 4 ਰਿਵੋਲਟ ਦੇ ਦਿੱਤੇ ਜਾਣਗੇ, ਉਹਨਾਂ ਦੇ ਸਾਹਮਣੇ 4 ਲੀਡਰ ਪੁੱਛ ਲਏ ਜਾਣਗੇ, ਆਪਾਂ ਨੂੰ ਉਹਨਾਂ ਨਾਲ ਮੈਚ ਕਰਨਾ ਹੋਊਗਾ। ਸੋ ਉਸ ਢੰਗ ਦੇ ਨਾਲ ਤੁਹਾਨੂੰ ਕਰਾਉਣ ਦੀ ਕੋਸ਼ਿਸ਼ ਕਰ ਰਿਹਾ। ਜਿਹੜਾ ਫਰਜ਼ਿਸ ਮੂਵਮੈਂਟ ਹੈ ਉਹ ਕਿੱਥੇ ਹੋਈ ਸੀਗੀ? ਕਿਹਦੇ ਕੌਣ ਹੈਡ ਕਰ ਰਿਹਾ ਸੀ ਉਹਨਾਂ ਨੂੰ? ਦੱਦੂ ਮੀਆਂ ਫਰਜ਼ਿਸ ਮੂਵਮੈਂਟ ਨੂੰ ਹੈਡ ਕਰ ਰਹੇ ਸੀਗੇ। ਵੇਲੂਥੰਪੀ ਲੈਡ ਰਿਬੇਲੀਅਨ ਅਗੇਂਸਟ ਦਾ ਬ੍ਰਿਟਿਸ਼ਰਸ ਹੈ, ਸੌਰੀ ਇਹਨੂੰ ਥੋੜ੍ਹਾ ਜਿਹਾ ਕਰੈਕਟ ਕਰ ਲਿਓ। ਵੇਲੂਥੰਪੀ ਜਿਹੜੇ ਸੀਗੇ ਆਪਣੇ ਵਨ ਆਫ ਦੀ ਫਸਟ ਰੈਵੋਲੂਸ਼ਨਰੀਜ਼ ਦੇ ਵਿੱਚ ਆਉਂਦੇ ਹੈ। ਤਾਂ ਉਹਨਾਂ ਨੇ ਕਿਹੜੀ ਸਟੇਟ ਦੇ ਵਿੱਚ ਕਿੱਥੋਂ ਬਿਲੋਂਗ ਕਰਦੇ ਸੀ, ਜਾਂ ਕਿਹੜੀ ਸਟੇਟ ਦੇ ਵਿੱਚ ਉਹਨਾਂ ਨੇ ਆਪਣਾ ਰਿਬੇਲੀਅਨ ਲਾਂਚ ਕੀਤਾ? ਤਾਂ ਆਪਣਾ ਆਨਸਰ ਆ ਜਾਊਗਾ ਕੇਰਲਾ ਦੇ ਵਿੱਚ। ਉਹਨਾਂ ਨੇ ਆਪਣਾ ਬ੍ਰਿਟਿਸ਼ਰਸ ਦੇ ਅਗੇਂਸਟ ਜਿਹੜਾ ਆਪਣਾ ਰਿਬੇਲੀਅਨ ਸਟਾਰਟ ਕੀਤਾ, ਉਹਨਾਂ ਦੇ ਅਗੇਂਸਟ ਹੋ ਗਏ ਸੀ ਕੇਰਲਾ ਦੇ ਵਿੱਚ, ਵੇਲੂਥੰਪੀ ਕੇਰਲਾ ਦੇ ਵਿੱਚ। ਸੋ ਆਪਾਂ ਨੈਕਸਟ ਤੇ ਮੂਵ ਕਰਦੇ ਹਾਂ। ਸੋ ਨੈਕਸਟ ਹੈਗਾ ਹੂ ਹੈਡ ਲੈਡ ਏ ਕੋਲ ਰਿਵੋਲਟ। ਹੁਣ ਕੋਲ ਰਿਵੋਲਟ ਨੂੰ ਕੌਣ ਲੈਡ ਕਰ ਰਿਹਾ ਸੀ, ਕੌਣ ਲੀਡ ਕਰ ਰਿਹਾ ਸੀ? ਕੋਲ ਰਿਵੋਲਟ ਦੇ ਵੀ ਕਾਰਨ ਇਹੀ ਸੀਗੇ, ਸਿਮਿਲਰ ਕਾਰਨ ਸੀਗੇ ਸਾਰੇ ਦੇ ਸਾਰੇ ਰਿਵੋਲਟਸ, ਠੀਕ ਹੈ ਜੀ। ਸੋ ਬੰਧੂ ਭਗਤ ਉਹਨਾਂ ਨੂੰ ਹੈਡ ਕਰ ਰਹੇ ਸੀਗੇ ਕੋਲ ਰਿਵੋਲਟ ਨੂੰ, ਠੀਕ ਹੈ ਜੀ। ਸੋ ਇਹਨਾਂ ਦੇ ਜਿਹੜੇ ਹੈਡ ਹੈਗੇ ਆ ਆਪਾਂ ਯਾਦ ਰੱਖਣੇ, ਐਕਸਟ੍ਰੀਮਲੀ ਇੰਪੋਰਟੈਂਟ ਹੈਗੇ ਆ, ਠੀਕ ਹੈ ਜੀ। ਅਤੇ ਨੈਕਸਟ ਹੈਗਾ ਵਿਚ ਅਮੰਗ ਆਫ ਦਾ ਫੋਲੋਇੰਗ ਈਅਰ ਸੰਥਲ ਰਿਵੋਲਟ ਅਕਰਡ। ਕਿਹੜੇ ਸਾਲ ਦੇ ਵਿੱਚ ਸੰਥਲ ਰਿਵੋਲਟ ਹੋਇਆ ਸੀਗਾ? ਸੰਥਲ ਕਿੱਥੇ ਹੈਗਾ? ਆਪਣਾ ਹੁਣ ਪ੍ਰੈਜ਼ੈਂਟ ਝਾਰਖੰਡ ਦੇ ਵਿੱਚ ਹੈਗਾ, ਛੋਟਾ ਨਾਗਪੁਰ ਪਲੇਟਿਊ ਦੇ ਵਿੱਚ ਸੰਥਲ ਰਿਬੇਲੀਅਨ ਹੋਇਆ ਸੀਗਾ। ਸੰਥਲ ਰਿਬੇਲੀਅਨ 'ਤੇ ਵਾਰ-ਵਾਰ ਕੁਐਸਚਨ ਪੁੱਛੇ ਜਾਂਦੇ ਆ। ਸੰਥਲ ਰਿਬੇਲੀਅਨ ਹੋ ਗਿਆ, ਇੰਡੀਗੋ ਰਿਵੋਲਟ ਹੋ ਗਿਆ, ਸੰਨਿਆਸੀ ਰਿਬੇਲੀਅਨ ਹੋ ਗਿਆ। ਤਿੰਨਾਂ 'ਤੇ ਵਾਰ-ਵਾਰ ਕੁਐਸਚਨ ਪੁੱਛੇ ਜਾਂਦੇ, ਭਾਵੇਂ ਕੋਈ ਵੀ ਐਗਜ਼ਾਮ ਹੋਵੇ ਵਧੀਆ ਲੈਵਲ ਦਾ, ਅਗਰ ਜੀਕੇ ਦਾ ਐਗਜ਼ਾਮ ਹੋਊਗਾ, ਜਨਰਲ ਨੌਲੇਜ ਬੇਸਡ ਐਗਜ਼ਾਮ ਹੋਊਗਾ, ਉੱਥੇ ਵਾਰ-ਵਾਰ ਇਹ ਕੁਐਸਚਨ ਪੁੱਛੇ ਜਾਣਗੇ, ਠੀਕ ਹੈ ਜੀ। ਤਾਂ ਆਪਣੇ ਸੰਥਲ ਰਿਵੋਲਟ ਕਿੱਥੇ ਹੋਇਆ ਸੀਗਾ? ਛੋਟਾ ਨਾਗਪੁਰ ਪਲੇਟਿਊ ਦੇ ਵਿੱਚ ਹੋਇਆ ਸੀਗਾ। ਕਾਰਨ ਕੀ ਸੀ? ਸਿਮਿਲਰ ਕਾਰਨ ਸੀਗੇ, ਠੀਕ ਹੈ ਜੀ। ਵੀ ਪਰਮਾਨੈਂਟ ਲੈਂਡ ਸੈਟਲਮੈਂਟ ਸਿਸਟਮ ਹੋ ਗਿਆ ਸੀਗਾ ਉੱਥੇ, ਬ੍ਰਿਟਿਸ਼ਰਸ ਨੇ ਅਪਲਾਈ ਕਰਤਾ ਸੀ ਅਤੇ ਉਹਨਾਂ ਦੀ ਲੈਂਡ ਕੌਨਫਿਸਕੇਟ ਕਰ ਲਈ ਸੀਗੀ। ਸੋ ਉਹੀ ਕਿਉਂਕਿ ਲੈਂਡ ਰਿਵੈਨਿਊ ਬਹੁਤ ਹਾਈ ਸੀਗਾ, ਜਿਹੜੇ ਪੀਜ਼ੈਂਟ ਸੀਗੇ ਉਹ ਲੈਂਡ ਰਿਵੈਨਿਊ ਪੇ ਨਹੀਂ ਕਰ ਪਾਉਂਦੇ ਸੀਗੇ, ਤਾਂ ਮਨੀ ਲੈਂਡਰ ਕੋਲ ਆਪਣੀ ਜਿਹੜੀ ਜ਼ਮੀਨ ਗਿਰਵੀ ਰੱਖ ਦਿੰਦੇ ਸੀਗੇ, ਤਾਂ ਉਹਨਾਂ ਨੂੰ ਫਿਰ ਅੱਗੇ ਬ੍ਰਿਟਿਸ਼ਰ ਗੌਰਮੈਂਟ ਉਹਨਾਂ ਦੀ ਜ਼ਮੀਨ ਕੌਨਫਿਸਕੇਟ ਕਰ ਲੈਂਦੀ ਸੀ। ਸੋ ਇਹ ਵਿਕਸ਼ਿਤ ਸਾਈਕਲ ਚੱਲਦਾ ਰਹਿੰਦਾ ਸੀਗਾ, ਠੀਕ ਹੈ। ਤਾਂ ਉਸੇ ਦੇ ਅਗੇਂਸਟ ਆਪਣਾ ਸੰਥਲ ਰਿਬੇਲੀਅਨ ਹੋਇਆ ਸੀਗਾ 1855 ਅਤੇ 1856 ਦੇ ਵਿੱਚ। ਐਕਸਟ੍ਰੀਮਲੀ ਇੰਪੋਰਟੈਂਟ ਡੇਟ ਹੈਗੀ ਹੈ 1855 ਅਤੇ 1856। ਹੁਣ ਆਪਾਂ ਨੂੰ ਪੁੱਛ ਲਿਆ ਜਾਂਦਾ ਵੀ ਕਿਹੜੇ ਲੋਰਡ ਦੇ ਦੌਰਾਨ, ਜਾਂ ਕਹਿ ਸਕਦੇ ਹਾਂ ਕਿਹੜੇ ਗਵਰਨਰ ਜਨਰਲ ਦੇ ਦੌਰਾਨ ਸੰਥਲ ਰਿਬੇਲੀਅਨ ਹੋਇਆ ਸੀ? ਤਾਂ ਆਪਣਾ ਆਨਸਰ ਆ ਜਾਊਗਾ, ਇਹ ਹੋਇਆ ਸੀਗਾ ਲੋਰਡ ਡਲਹੌਜ਼ੀ ਦੇ ਟਾਈਮ 'ਤੇ। ਸੋ ਇਸ ਚੀਜ਼ ਨੂੰ ਤੁਸੀਂ ਯਾਦ ਰੱਖਣਾ ਹੈ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਸੋ ਹੂ ਲੈਡ ਦਾ ਰਿਵੋਲਟ ਆਫ ਦਾ ਸੰਥਲਸ। ਸੋ ਸੰਥਲ 'ਤੇ ਜਿਹੜਾ ਲੈਡ ਕੌਣ ਕਰ ਰਿਹਾ ਸੀ ਸੰਥਲ ਰਿਵੋਲਟ ਨੂੰ? ਤਾਂ ਆਪਣਾ ਆਨਸਰ ਆ ਜਾਊਗਾ ਸਿੱਧੂ ਕਾਨੂ ਐਂਡ ਭੈਰਵ ਚੰਦ। ਸੋ ਇਹਨਾਂ ਦੋਨਾਂ ਦੇ ਨਾਮ ਐਕਸਟ੍ਰੀਮਲੀ ਇੰਪੋਰਟੈਂਟ ਹੈਗਾ, ਸਿੱਧੂ ਕਾਨੂ ਐਂਡ ਭੈਰਵ ਚੰਦ, ਠੀਕ ਹੈ। ਵਿਚ ਆਫ ਦਾ ਫੋਲੋਇੰਗ ਅਪਰਾਈਜ਼ਿੰਗ ਅਕਰਡ ਇਨ ਦਾ ਮਹਾਰਾਸ਼ਟਰ। ਕਿਹੜੀ ਅਪਰਾਈਜ਼ਿੰਗ ਮਹਾਰਾਸ਼ਟਰ ਦੇ ਵਿੱਚ ਅਕੜ ਹੋਈ ਸੀ? ਤਾਂ ਆਪਣਾ ਆਨਸਰ ਆ ਜਾਊਗਾ ਭੀਲ ਅਪਰਾਈਜ਼ਿੰਗ। ਭੀਲ ਨਹੀਂ ਗਾ ਜੀ, ਭੀਲ ਅਪਰਾਈਜ਼ਿੰਗ ਅਕੜ ਹੋਈ ਸੀਗੀ ਮਹਾਰਾਸ਼ਟਰ ਦੇ ਵਿੱਚ। ਸੋ ਅੱਜ ਲਈ ਆਪਾਂ ਇੰਨਾ ਹੀ ਕਰਾਂਗੇ, ਅਤੇ ਹੋਪਫੁਲੀ ਤੁਹਾਨੂੰ ਵਧੀਆ ਲੱਗ ਰਹੇ ਹੋਣਗੇ ਲੈਕਚਰਸ, ਅਤੇ ਤੁਸੀਂ ਸਾਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ, ਦੱਸ ਸਕਦੇ ਹੋ, ਐਪਰੀਸ਼ੀਏਟ ਕਰ ਸਕਦੇ ਹੋ। ਇਹੀ ਸਾਡੀ ਕੋਸਟ ਹੈਗੀ ਹੈ, ਅਤੇ ਥੈਂਕ ਯੂ ਸੋ ਮੱਚ। ਅਤੇ ਹੋਰ ਕਿਸੇ ਵੀ ਤਰ੍ਹਾਂ ਦਾ ਡਾਊਟ ਹੈਗਾ ਤੁਸੀਂ ਸਾਨੂੰ ਪੁੱਛ ਸਕਦੇ ਹੋ। ਐਪ ਡਾਊਨਲੋਡ ਕਰ ਲਓ, ਜਿਵੇਂ ਤੁਹਾਨੂੰ ਮੈਂ ਦੱਸਿਆ ਐਪ ਦੇ ਬੈਨੀਫਿਟਸ ਕਿੰਨੇ ਹੈਗੇ ਆ, ਤੁਸੀਂ ਸਾਰੇ ਦੇ ਸਾਰੇ ਬੈਨੀਫਿਟਸ ਉਠਾ ਸਕਦੇ ਹੋ। ਸੋ ਥੈਂਕ ਯੂ ਸੋ ਮੱਚ।